Subscribe to our YouTube channel. Press the bell icon to get the latest updates. ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਸੀਨੀਅਰ ਪੁਲਿਸ ਆਫੀਸਰਸ ਦੀਆਂ ਪੋਸਟਿੰਗਸ ਐਸਐਸਪੀ ਤੱਕ ਦੀਆਂ ਪੋਸਟਿੰਗਸ ਜਿਹੜੀਆਂ ਨੇ ਉਹ ਕਿਹਦੇ ਕਹਿਣ ਤੇ ਹੁੰਦੀਆਂ ਰਹੀਆਂ ਜਿਹੜੇ ਬੰਦੇ ਖੁਦ ਡਰੱਗਸ ਦੇ ਨਾਲ ਇਨਵੋਲਵਡ ਨੇ ਪ੍ਰੋਕਲੇਮਡ ਆਫੈਂਡਰਸ ਨੇ ਕਾਨੂੰਨ ਤੋਂ ਦੌੜੇ ਹੋਏ ਭਗੌੜੇ ਉਹਨਾਂ ਤੋਂ ਡੀਜੀਪੀ ਸਾਹਿਬ ਅਖਬਾਰ ਜਿਹੜਾ ਅੱਜ ਐਕਸਪੋਜ਼ੇ ਛਪਿਆ ਹੈਗਾ ਡੇਲੀ ਵਰਲਡ ਦੇ ਵਿੱਚ ਛਪਿਆ ਹੈਗਾ ਕਿ ਉਹ ਕਿਸ ਤਰ੍ਹਾਂ ਉਹਨਾਂ ਤੋਂ ਔਰ ਉਹਨਾਂ ਦੀ ਆਪਣੀ ਆਵਾਜ਼ ਵਿੱਚ ਛਪਿਆ ਹੈਗਾ ਉਹਦੀ ਆਪਣੀ ਆਵਾਜ਼ ਦਾ ਪ੍ਰੂਫ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਦਾ ਐਸ ਚਟੋਪਾਧਿਆਏ ਦਾ ਔਰ ਦੂਸਰੇ ਜਿਹੜੇ ਪ੍ਰੋਕਲੇਮਡ ਆਫੈਂਡਰਸ ਭਗੌੜੇ ਯਾਨੀ ਕਿ ਸਟੇਟ ਦਾ ਡੀਜੀਪੀ ਕਾਨੂੰਨ ਤੋਂ ਦੌੜੇ ਹੋਏ ਭਗੌੜੇ ਹੋਏ ਲੋਕਾਂ ਦੇ ਨਾਲ ਗੱਲਾਂ ਕਰ ਰਿਹਾ ਔਰ ਉਹਨਾਂ ਤੋਂ ਹੁਕਮ ਲੈ ਰਿਹਾ ਔਰ ਕਹਿ ਰਿਹਾ ਕਿ ਸਰ ਹਾਂ ਇੱਦਾਂ ਹੀ ਹੋਏਗਾ ਔਰ ਉਹਨਾਂ ਦੇ ਕਹਿਣ ਦੇ ਉੱਤੇ ਅਫਸਰ ਜਿਹੜੇ ਲੱਗਦੇ ਰਹੇ ਹੈ ਔਰ ਉਹ ਬੰਦੇ ਕੌਣ ਨੇ ਜਿਹੜੇ ਭੋਲੇ ਕੇਸ ਦੇ ਵਿੱਚ ਇਨਵੋਲਵਡ ਨੇ ਜਿਹਦੇ ਬਾਰੇ ਬਹੁਤ ਚਰਚਿਤ ਕੇਸ ਆ ਭੋਲਾ ਕੇਸ ਉਸ ਕੇਸ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਡੀਜੀਪੀ ਸਾਹਿਬ ਨੂੰ ਚਟੋਪਾਧਿਆਏ ਨੂੰ ਹੁਕਮ ਦਿੰਦੇ ਰਹੇ ਨੇ ਕਿ ਫਲਾਣੇ ਬੰਦੇ ਨੂੰ ਐਸਐਸਪੀ ਲਾਓ ਫਲਾਣੇ ਨੂੰ ਇੱਥੇ ਲਾਓ ਫਲਾਣੇ ਨੂੰ ਡੀਐਸਪੀ ਲਾਓ ਉਸ ਬੰਦੇ ਦੇ ਕਹਿਣ ਦੇ ਉੱਤੇ ਇਹ ਕੇਸ ਜਿਹੜਾ ਹੈ ਰਜਿਸਟਰ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਔਰ ਜਿਹੜੇ ਉਹਨਾਂ ਦੇ ਪੋਲੀਟੀਕਲ ਮਾਸਟਰਸ ਨੇ ਉਹਨਾਂ ਨੇ ਇਹਨਾਂ ਨੂੰ ਲਵਾਇਆ ਹੀ ਇਸ ਕਮਰੇ ਵਾਸਤੇ ਸੀ ਉਹ ਤਾਂ ਸਾਰੇ ਸਾਹਮਣੇ ਆ ਚੁੱਕੀ ਹੈ ਗੱਲ ਤੋ ਇਸ ਕੇਸ ਦੀ ਜਿਹੜੀ ਪੋਲੀਟੀਕਲ ਵੈਂਡੇਟਾ ਦੀ ਗੱਲ ਹੈ ਉਹ ਬਿਲਕੁਲ ਅੱਜ ਜੇ ਕੋਈ ਕਿਸੇ ਨੂੰ ਕੋਈ ਸ਼ੱਕ ਸੀ ਤਾਂ ਜੋ ਅੱਜ ਅਖਬਾਰਾਂ ਵਿੱਚ ਛਪਿਆ ਹੈਗਾ ਉਹਦੇ ਨਾਲ ਉਹ ਸ਼ੱਕ ਦੂਰ ਹੋ ਜਾਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸਟੇਟ ਦਾ ਪੁਲਿਸ ਦਾ ਮੁਖੀ ਜਿਹਨੇ ਕਿ ਸੂਬੇ ਦੇ ਵਿੱਚ ਕਾਨੂੰਨ ਅਮਨ ਕਾਨੂੰਨ ਔਰ ਲੋਕਾਂ ਦੇ ਹੱਕਾਂ ਦੀ ਹਿਫਾਜ਼ਤ ਕਰਨੀ ਹੁੰਦੀ ਹੈ ਉਹ ਖੁਦ ਕਾਨੂੰਨ ਨੂੰ ਤੋੜਨ ਵਾਲਿਆਂ ਦੇ ਗੁਨਾਹਗਾਰਾਂ ਦੇ ਕ੍ਰਿਮੀਨਲਸ ਤੋਂ ਆਰਡਰ ਲੈਂਦਾ ਰਿਹਾ ਕਿ ਕਿਹਦੇ ਖਿਲਾਫ ਕੇਸ ਕਰਨਾ ਕਿਹਨੂੰ ਐਸਐਸਪੀ ਲਾਣਾ ਕਿਹਨੂੰ ਆਈਜੀ ਲਾਣਾ ਔਰ ਜਿਹੜੇ ਬੰਦਿਆਂ ਤੋਂ ਲੈਂਦਾ ਰਿਹਾ ਉਹਨਾਂ ਦਾ ਆਪਣਾ ਜਿਹੜਾ ਰਿਕਾਰਡ ਹੈ ਉਹ ਹੈ ਔਰ ਕਚਹਿਰੀਆਂ ਦੇ ਵਿੱਚ ਰਿਕਾਰਡ ਹੈ ਕਿ ਉਹ ਬੰਦੇ ਬਹੁਤ ਚਰਚਿਤ ਜਿਹੜੇ ਡਰੱਗ ਕੇਸਿਸ ਬੜੇ ਔਰ ਕਿਸ ਤਰ੍ਹਾਂ ਇਹ ਪੁਲਿਸ ਆਫੀਸਰਸ ਨੂੰ ਯੂਜ਼ ਕਰਦੇ ਰਹੇ ਨੇ ਪੁਲਿਸ ਅਫੀਸ਼ੀਅਲਸ ਨੂੰ ਟੂ ਐਕਟ ਐਜ਼ ਡਰੱਗ ਪੈਡਲਰਸ ਜਿਹੜੇ ਉਹਨਾਂ ਦੇ ਰਾਹੀਂ ਡਰੱਗ ਵਿਕਾਉਂਦੇ ਰਹੇ ਨੇ ਇਹਦਾ ਸਾਰਾ ਹੀ ਸਬੂਤ ਅੱਜ ਅਖਬਾਰਾਂ ਦੇ ਵਿੱਚ ਛਪਿਆ ਜਿਹੜਾ ਕਿ ਤੁਸੀਂ ਪੜ੍ਹਿਆ ਹੋਵੇਗਾ ਤੋ ਇਹ ਕੇਸ ਜਿਹੜਾ ਹੈਗਾ ਇਹ ਉਸੇ ਕੜੀ ਦਾ ਹਿੱਸਾ ਹੈ ਪੋਲੀਟੀਕਲ ਵੈਂਡੇਟਾ ਹੈ ਔਰ ਇਸ ਨੂੰ ਅਸੀਂ ਹਰ ਪੱਧਰ ਦੇ ਉੱਤੇ ਲੜਾਂਗੇ ਔਰ ਦੂਸਰਾ ਅਸੀਂ ਜਿਹੜਾ ਹੈਗਾ ਇਹ ਸਾਰੀ ਗੱਲ ਦੇ ਉੱਤੇ ਜਿਹੜੀ ਅੱਜ ਅਖਬਾਰਾਂ ਛਪੀ ਹੈ ਕਿ ਡੀਜੀਪੀ ਕਿਸ ਤਰ੍ਹਾਂ ਫੰਕਸ਼ਨ ਕਰਦਾ ਰਿਹਾ ਕਿਸ ਤਰ੍ਹਾਂ ਉੱਚੇ ਪੁਲਿਸ ਅਧਿਕਾਰੀ ਕ੍ਰਿਮੀਨਲਸ ਦੇ ਕਹਿਣ ਦੇ ਉੱਤੇ ਲੱਗਦੇ ਰਹੇ ਆ ਇਸ ਗੱਲ ਦੇ ਉੱਤੇ ਅਸੀਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰ ਰਹੇ ਹਾਂ ਇੱਕ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਅੱਜ ਇਹਦੇ ਮੈਂ ਸਵਾਲ ਤੁਹਾਡੇ ਤੋਂ ਬਾਅਦ ਲੈ ਲਾਂਗਾ ਦੂਸਰਾ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਸੀ ਕਿ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਕੇਸ ਆ ਉਹਦੇ ਬਾਰੇ 'ਚ ਜਿਹਦੇ ਬਾਰੇ ਕਿ ਕਾਂਗਰਸ ਪਾਰਟੀ ਔਰ ਕੇਜਰੀਵਾਲ ਤੋਂ ਡਰ ਕੇ ਭਗਵੰਤ ਮਾਨ ਸਹਿਮੇ ਹੋਏ ਬੈਠੇ ਹੈ ਆਵਾਜ਼ ਤੱਕ ਨਹੀਂ ਕੱਢ ਰਹੇ ਉਸ ਕੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਅਗਵਾਈ ਦੇ ਵਿੱਚ ਰਾਸ਼ਟਰਪਤੀ ਦੇ ਤੱਕ ਪ੍ਰਧਾਨ ਮੰਤਰੀ ਦੇ ਤੱਕ ਉਸ ਕੇਸ ਨੂੰ ਪੋਲੀਟੀਕਲੀ ਵੀ ਉਠਾਉਂਦਾ ਰਿਹਾ ਔਰ ਲੀਗਲੀ ਵੀ ਉਠਾਉਂਦਾ ਰਿਹਾ ਫਾਈਲਸ ਦੇ ਉੱਤੇ ਵੀ ਅਸੀਂ ਇਹ ਗੱਲਾਂ ਉਹਨਾਂ ਨੂੰ ਕਹਿੰਦੇ ਰਹੇ ਕਿ ਇਹਨਾਂ ਨੂੰ ਰਿਹਾ ਕਰਤਾ ਜਾਏ ਕਿਉਂਕਿ ਇਹਨਾਂ ਨੇ ਅਸੀਂ ਤਾਂ ਉਸ ਵੇਲੇ ਪਲੀ ਲੈਂਦੇ ਸੀਗੇ ਉਸ ਵੇਲੇ ਜੇ ਸਜ਼ਾ ਥੋੜ੍ਹੀ ਰਹਿੰਦੀ ਸੀ ਉਹਨਾਂ ਦੀ ਜਦੋਂ ਸਾਡੀਆਂ ਸਰਕਾਰਾਂ ਸੀਗੀਆਂ ਕਿ ਅਸੀਂ ਉਸ ਵੇਲੇ ਪਲੀ ਲੈਂਦੇ ਸੀ ਕਿ ਉਹਨਾਂ ਦੀ ਸਿਹਤ ਨਹੀਂ ਅਲਾਓ ਕਰਦੀ ਪਲੱਸ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਇਸ ਗੱਲ ਦਾ ਪੂਰਾ ਇਸ ਤਰ੍ਹਾਂ ਦਾ ਉਹਨਾਂ ਦਾ ਪੁਰਾਣਾ ਰਿਕਾਰਡ ਵੀ ਔਰ ਉਹਨਾਂ ਦਾ ਇੰਸ਼ੋਰੈਂਸ ਵੀ ਜਿਹੜੇ ਹੈ ਕਿ ਉਹ ਲਾਅ ਅਬਾਈਡਿੰਗ ਮਤਲਬ ਉਹਨਾਂ ਦੇ ਅਮਨ ਔਰ ਭਾਈਚਾਰਕ ਸਾਂਝ ਨੂੰ ਦੇ ਹੱਕ ਜੋ ਬੰਦੇ ਨੇ ਸਰਬੱਤ ਦਾ ਭਲਾ ਮੰਨਣੇ ਵਾਲੇ ਬੰਦੇ ਨੇ ਧਾਰਮਿਕ ਜਜ਼ਬਾਤ ਦੇ ਵਿੱਚ ਜੋ ਕੀਤਾ ਸੀਗਾ ਉਹ ਇੱਕ ਅਲੱਗ ਗੱਲ ਸੀ ਲੇਕਿਨ ਉਸ ਵੇਲੇ ਗੱਲ ਜਿਹੜੀ ਸੀ ਉਹ ਤੋਂ ਹੁਣ ਗੱਲ ਅੱਗੇ ਚਲੇ ਗਈ ਕਿ ਉਹ ਆਪਣੀ ਸਜ਼ਾ ਵੀ ਪੂਰੀ ਕਰ ਬੈਠੇ ਔਰ ਉਹਨਾਂ ਦੀ ਸਿਹਤ ਜਿਹੜੀ ਹੈ ਮੈਡੀਕਲ ਰਿਪੋਰਟਸ ਨੇ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਬਿਲਕੁਲ ਔਰ ਉਹਨਾਂ ਨੂੰ ਮਨੁੱਖੀ ਆਧਾਰ ਦੇ ਉੱਤੇ ਵੀ ਰਿਹਾ ਕੀਤਾ ਜਾਣਾ ਬਣਦਾ ਕਿਉਂਕਿ ਉਹ ਗਵਰਨਮੈਂਟ ਆਫ ਇੰਡੀਆ ਨੇ ਵੀ ਫਾਈਲਾਂ ਕਲੀਅਰ ਕਰਤੀਆਂ ਕੇਜਰੀਵਾਲ ਸਾਹਿਬ ਦੇ ਦਸਤਖਤਾਂ ਦੀ ਉਡੀਕ ਹੋ ਰਹੀ ਹੈ ਕਿ ਜਸਟਿਸ ਹੋ ਸਕੇ ਔਰ ਕੇਜਰੀਵਾਲ ਸਾਹਿਬ ਨੇ ਦਸਤਖਤ ਤਾਂ ਜਿਹੜੇ ਨਹੀਂ ਕਰਨੇ ਲੇਕਿਨ ਇਹਦੇ ਉੱਤੇ ਪੰਜਾਬ ਦੀ ਪਾਰਟੀ ਨੂੰ ਵੀ ਪੂਰੀ ਤਰ੍ਹਾਂ ਡਾਂਟਿਆ ਹੋਇਆ ਕੋਈ ਬੋਲੇ ਨਾ ਕੋਈ ਭਗਵੰਤ ਮਾਨ ਦਾ ਅੱਖਰ ਤੱਕ ਨਹੀਂ ਆਇਆ ਅਜੇ ਤੱਕ ਭੁੱਲਰ ਕੇਸ ਦੇ ਉੱਤੇ ਔਰ ਤੁਸੀਂ ਜਾ ਕੇ ਕਿਸੇ ਨੂੰ ਪੁੱਛ ਲਓ ਉਹਨਾਂ ਨੂੰ ਕਿ ਉਹਨਾਂ ਦਾ ਸਟੈਂਡ ਕੀ ਇਸ ਗੱਲ ਦੇ ਉੱਤੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਡੈਲੀਗੇਸ਼ਨ ਰਾਸ਼ਟਰਪਤੀ ਸਾਹਿਬ ਤੋਂ ਅਸੀਂ ਟਾਈਮ ਮੰਗਿਆ ਹੈਗਾ ਤੇ ਜਿਉਂ ਹੀ ਸਾਨੂੰ ਟਾਈਮ ਮਿਲਦਾ ਕੱਲ ਮਿਲ ਜਾਏ ਪਰਸੋਂ ਮਿਲ ਜਾਏ ਜਦ ਮਿਲ ਜਾਏਗਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਹੈ ਡੈਲੀਗੇਸ਼ਨ ਉਹ ਰਾਸ਼ਟਰਪਤੀ ਜੀ ਨੂੰ ਮਿਲੇਗਾ ਇਹਦੇ ਉੱਤੇ ਔਰ ਸਾਡੀ ਦਿੱਲੀ ਦੀ ਜਿਹੜੀ ਟੀਮ ਹੈ ਉਹ ਲੈਫਟੀਨੈਂਟ ਗਵਰਨਰ ਦਿੱਲੀ ਨੂੰ ਵੀ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਕਹੋ ਕਿ ਕੋਈ ਅਕਲ ਦੀ
ਦਵਾ ਖਾਵੇ ਔਰ ਜਿਹੜਾ ਕੇਸ ਆ ਜਿਹੜਾ ਕਿ ਕਾਨੂੰਨੀ ਤੌਰ ਦੇ ਉੱਤੇ ਵੀ ਉਹਨਾਂ ਦੀ ਰਿਹਾਈ ਹੋਣੀ ਬਣਦੀ ਹੈ ਕਿਉਂਕਿ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਔਰ ਜਿਹੜੀਆਂ ਮਾਨਵੀ ਜਿਹੜੀਆਂ ਗੱਲਾਂ ਨੇ ਜਾਂ ਹਿਊਮੈਨਿਟੇਰੀਅਨ ਗੱਲਾਂ ਨੇ ਉਹ ਤਾਂ ਇੱਕ ਆਪਣੇ ਥਾਂ ਨੇ, ਲੇਕਿਨ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਉਹਨਾਂ ਨੂੰ ਔਰ ਜਿਹੜਾ ਦੇਸ਼ ਦਾ ਕਾਨੂੰਨ ਆ ਉਹ ਇਹ ਹੈ ਕਿ 1 ਮਿੰਟ ਵੀ ਸਜ਼ਾ ਤੋਂ ਵੱਧ ਕਿਸੇ ਨੂੰ ਅੰਦਰ ਰੱਖਣਾ ਇਲੀਗਲ ਕਸਟਡੀ ਹੁੰਦੀ ਹੈ, ਅਨਲੌਫੁਲ ਕਸਟਡੀ। ਔਰ ਉਹਦੇ ਉੱਤੇ ਕੇਸ ਹੁੰਦਾ ਹੈ ਉਸ ਮਿਨਿਸਟਰ ਉੱਤੇ, ਉਸ ਅਫਸਰ ਉੱਤੇ ਜਿਹੜਾ ਇਹਦੇ ਲਈ ਜ਼ਿੰਮੇਦਾਰ ਹੋਏਗਾ। ਔਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਕਾਨੂੰਨੀ ਤੌਰ ਤੇ ਪਰਸਿਊ ਕਰੇਗਾ ਕਿ ਭੁੱਲਰ ਸਾਹਿਬ ਨੂੰ ਅੰਦਰ ਇਸ ਵੇਲੇ ਰੱਖਣ ਲਈ ਕੌਣ ਜ਼ਿੰਮੇਦਾਰ ਹੈ। ਇਸ ਗੱਲ ਨੂੰ ਅਸੀਂ ਲੈ ਕੇ ਰਾਸ਼ਟਰਪਤੀ ਜੀ ਤੋਂ ਟਾਈਮ ਮੰਗਿਆ ਹੈਗਾ। ਜੋ ਹੀ ਸਾਨੂੰ ਉੱਧਰੋਂ ਕੋਈ ਇਸ਼ਾਰਾ ਆਉਂਦਾ, ਜਦੋਂ ਹੀ ਟਾਈਮ ਮਿਲਦਾ, ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਹੈ ਉਹ ਜਾ ਕੇ ਉਹਨਾਂ ਨੂੰ ਬੇਨਤੀ ਕਰੇਗਾ ਕਿ ਤੁਸੀਂ ਖੁਦ ਸਿੱਧੀ ਐਜ਼ ਅ ਮੋਰਲ ਫੋਰਸ ਆਫ ਦਾ ਕੰਟਰੀ, ਹਾਈਐਸਟ ਸਿਟੀਜ਼ਨ ਆਫ ਦਾ ਕੰਟਰੀ, ਨੰਬਰ 1 ਸਿਟੀਜ਼ਨ ਆਫ ਦਾ ਕੰਟਰੀ, ਤੁਸੀਂ ਇਹਦੇ ਵਿੱਚ ਪਰਸਨਲੀ ਇੰਟਰਵੀਨ ਕਰੋ ਔਰ ਇੱਥੇ ਕਾਨੂੰਨ ਨੂੰ ਲਾਗੂ ਕਰਵਾਓ। ਜਿਹੜਾ ਕਾਨੂੰਨ ਆ ਉਹਦੇ ਹਿਸਾਬ ਨਾਲ ਉਹਨਾਂ ਨੂੰ ਰਿਹਾਈ ਹੋਣੀ ਚਾਹੀਦੀ ਹੈ। ਜੀ, 2 ਗੱਲਾਂ ਬਾਰੇ ਮੈਂ ਗੱਲ ਕਰਨੀ ਸੀ। ਸਰ, ਜਿਹੜਾ ਰਾਸ਼ਟਰਪਤੀ ਨੂੰ ਤੁਸੀਂ ਮਿਲਣਾ ਕਿ ਕਾਨੂੰਨ ਨੂੰ ਲਾਗੂ ਕਰਵਾਓ, 1 ਮਿੰਟ ਤੋਂ ਵੱਧ ਵੀ ਵਰਿੰਦਰਪਾਲ ਭੁੱਲਰ ਨੂੰ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਮੇਰਾ ਮਤਲਬ ਅੜਚਨ ਜਿਹੜੀ ਹੈ ਇਹ ਕਿੱਥੇ ਹੈ? ਨਹੀਂ, ਅੜਚਨ ਤਾਂ ਅੜਚਨ ਤਾਂ ਜੀ 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 ਜਿਹੜਾ ਤੁਸੀਂ ਕੇਜਰੀਵਾਲ ਤੇ ਤੋਹਮਤ ਲਾਉਂਦੇ ਹੋ ਚੀਫ ਮਿਨਿਸਟਰ ਆਫ ਦਿੱਲੀ, ਉਹ ਤੋਹਮਤ ਕਿਵੇਂ ਲੱਗਦੀ ਹੈ? ਕਿਉਂਕਿ ਤਿਹਾੜ ਜੇਲ੍ਹ ਦੇ ਵਿੱਚੋਂ ਛਡਾਉਣ ਵਾਸਤੇ ਚੀਫ ਮਿਨਿਸਟਰ ਨੇ ਤਾਂ ਕੁਝ ਨਹੀਂ ਕਰਨਾ ਹੁੰਦਾ। ਉਹ ਤਾਂ ਉੱਥੇ ਦੇ ਜਿਹੜਾ ਵੀ ਕੰਟਰੋਲਰ ਹੈ ਤਿਹਾੜ ਜੇਲ੍ਹ ਦਾ, ਉਹਨੇ ਆਰਡਰਾਂ ਦੇ ਮੁਤਾਬਕ ਸਜ਼ਾ ਜਿਹੜੀ ਪੂਰੀ ਹੋ ਗਈ ਆ ਉਹਨੇ ਛੱਡਣਾ ਹੁੰਦਾ। ਮੈਂ ਬੇਨਤੀ ਕਰਾਂ ਜੀ, ਹਾਂ, ਕੇਜਰੀਵਾਲ ਸਾਹਿਬ ਨੂੰ ਤੁਸੀਂ ਜਾ ਕੇ ਇੰਨਾ ਹੀ ਪੁੱਛ ਲਓ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕੇਜਰੀਵਾਲ ਸਾਹਿਬ ਕਹਿ ਰਹੇ ਆ? ਕੀ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਆ ਕਿ ਮੇਰਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ? ਉਹ ਤਾਂ ਬੋਲ ਹੀ ਨਹੀਂ ਰਹੇ ਇਹਦੇ ਉੱਤੇ। ਭਗਵੰਤ ਮਾਨ ਜੀ ਦਾ ਮਿੰਨਤਾਂ ਕਰ ਰਹੇ ਕਿ ਇਹਦੇ ਬਾਰੇ ਸਵਾਲ ਨਾ ਪੁੱਛੋ। ਇਹਦਾ ਜਵਾਬ ਕੇਜਰੀਵਾਲ ਸਾਹਿਬ ਦੇਣ ਕੋਲ ਰੋਲ ਹੈ ਕਿ ਨਹੀਂ ਹੈ ਇਹਦੇ ਵਿੱਚ? ਅਸੀਂ ਕਹਿ ਰਹੇ ਹਾਂ ਹੈ। ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦੀ ਇੰਟਰਵੈਂਸ਼ਨ ਦੀ ਲੋੜ ਆ ਉੱਥੇ। ਜਿਹੜੀ ਫਾਈਲ ਹੈਗੀ ਆ, ਫਾਈਲ ਕਿਹੜੇ ਪਲੇਟਫਾਰਮ ਤੇ ਪਈ ਹੈਗੀ ਹੈ? ਜਿਹੜਾ ਅਖੀਰ ਜਿਹੜੀ ਸਾਨੂੰ ਦੇਖੋ, ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਉਹ ਉੱਥੇ ਗਵਰਨਮੈਂਟ ਦੇ ਜਿਹੜੇ ਕੰਸਰਨਡ ਆਫੀਸਰ ਨੇ ਉਹਨਾਂ ਕੋਲੇ ਪਈ ਹੈ ਔਰ ਪ੍ਰਿੰਸੀਪਲ ਸੈਕਟਰੀ ਜਿਹੜਾ ਇਹਨਾਂ ਦਾ ਉਹਦੇ ਕੋਲੇ ਪਈ ਹੈ ਔਰ ਇਟ ਇਜ਼ ਅਵੇਟਿੰਗ ਹਿਸ ਸਿਗਨੇਚਰਸ। ਇਹ ਤੁਸੀਂ ਜਾ ਕੇ ਚੈੱਕ ਕਰ ਲਓ। ਬੈਂਸ ਸਾਹਿਬ, ਹੁਣ ਜਦੋਂ ਕਿ ਹਾਈ ਕੋਰਟ ਨੇ ਆਪਣਾ ਡਿਸੀਜਨ ਦੇ ਦਿੱਤਾ ਹੈ, ਇਸ ਤੋਂ ਬਾਅਦ ਹੁਣ ਕਾਨੂੰਨੀ ਪਹਿਲੂ ਕਿਆ ਰਹਿਣਗੇ? ਦੇਖੋ, ਜੋ ਵੀ ਸਾਡੇ ਕਾਨੂੰਨੀ ਰਾਈਟਸ ਇੱਕ ਫ੍ਰੀ ਕੰਟਰੀ ਦੇ, ਡੈਮੋਕ੍ਰੈਟਿਕ ਕੰਟਰੀ ਦੇ ਸਿਟੀਜ਼ਨ, ਲਾਅ ਅਬਾਈਡਿੰਗ ਸਿਟੀਜ਼ਨ ਦੇ ਤੌਰ ਤੇ ਬਣਦੇ ਆ, ਉਹ ਕਾਨੂੰਨੀ ਹੱਕ ਜਿਹੜੇ ਅਸੀਂ ਐਕਸਰਸਾਈਜ਼ ਕਰਾਂਗੇ। ਇਸ ਜਿਹੜੀ ਵੀ ਇਹ ਫੈਸਲਾ ਆਇਆ ਇਹਦੇ ਉੱਤੇ ਜੋ ਵੀ ਸਾਡਾ ਹੱਕ ਬਣਦਾ ਹੈ ਉਹਦੇ ਹਿਸਾਬ ਦੇ ਨਾਲ ਅਸੀਂ ਜੇ ਅਦਾਲਤ, ਉੱਪਰਲੀ ਅਦਾਲਤ ਜਿਹੜੀ ਹੁੰਦੀ ਉਹਦੇ ਕੋਲ ਜਾਣਾ ਹੁੰਦਾ ਉਹ ਅਸੀਂ ਐਕਸਰਸਾਈਜ਼ ਕਰਾਂਗੇ। ਸੁਪਰੀਮ ਕੋਰਟ ਮਤਲਬ? ਸੌਰੀ, ਸੁਪਰੀਮ ਕੋਰਟ? ਹਾਂ, ਇਹ ਤੋਂ ਉੱਪਰ ਤਾਂ ਸੁਪਰੀਮ ਕੋਰਟ ਹੀ ਹੈ ਜੀ। ਠੀਕ ਹੈ, ਅਸੀਂ ਉਹ ਦੇਖ ਲਾਂਗੇ ਜੋ ਵੀ ਲੀਗਲ ਪ੍ਰੋਸੀਜਰ ਹੈਗਾ ਉਹਦਾ। ਜੇ ਹੋ ਸਕਦਾ ਅਸੀਂ ਰਿਵਿਊ ਪਟੀਸ਼ਨ ਵੀ ਹੋ ਸਕਦੀ ਹੋਏ ਜਾਂ ਹੋ ਸਕਦੀ ਹੋਏ, ਆਈ ਡੋਂਟ ਨੋ, ਲੀਗਲ ਸਾਈਡ ਹੈ ਇਹ, ਤੇ ਉਹ ਜੋ ਵੀ ਉੱਥੇ ਲੀਗਲ ਰਾਈਟ ਸਾਡਾ ਬਣਦਾ, ਜੋ ਵੀ ਲੀਗਲ ਫੋਲੋ ਅਪ ਬਣਦਾ ਉਹ ਕੀਤਾ ਜਾਏਗਾ। ਲੋਕਾਂ ਨੂੰ ਵੀ ਲੈ ਕੇ ਜਾਏਗੇ ਜੀ, ਲੋਕਾਂ ਨੂੰ ਲੈ ਕੇ ਜਾਏਗੇ, ਲੋਕਾਂ ਦੇ ਵਿੱਚ ਵੀ ਲੈ ਕੇ ਜਾਏਗੇ ਉਹ ਜਿਹੜਾ ਪੋਲੀਟੀਕਲ। ਮੈਂ ਇਹ ਕਿਹਾ ਹੈਗਾ ਜੀ ਕਿ ਜਿੱਥੋਂ ਤੱਕ ਤਾਂ ਇਹਦਾ ਪੋਲੀਟੀਕਲ ਵੈਂਡੈਟਾ ਦਾ ਸਵਾਲ ਆ, ਸਾਡੇ ਜਿਹੜੇ ਮਾਸਟਰਸ ਆਫ ਦਾ ਰੂਲਿੰਗ ਪਾਰਟੀ ਜਿਹੜੇ ਹੈਗੇ ਨੇ, ਜੋ ਉਹਨਾਂ ਨੇ ਕੀਤਾ ਸਾਹਮਣੇ ਆ, ਤਾਂ ਉਹਦੇ ਉੱਤੇ ਜੋ ਪੋਲੀਟੀਕਲ ਉਹ ਕਰ ਰਹੇ ਨੇ ਪੋਲੀਟੀਕਲੀ ਫਾਈਟ ਕਰਾਂਗੇ। ਲੇਕਿਨ ਜਿਹੜੇ ਦੇਸ਼ ਦੇ ਸਿਟੀਜ਼ਨ ਦੇ ਤੌਰ ਤੇ ਕਾਨੂੰਨੀ ਰਾਈਟ ਸਾਡੇ ਬਣਦੇ ਨੇ ਉਹ ਕਾਨੂੰਨੀ ਰਾਈਟ ਦੇ ਤੌਰ ਤੇ ਲਾਂਗੇ। ਜੀ ਜੀ, ਅਲਕਾ ਲਾਂਬਾ ਦੇ ਨਾਲ ਗੱਲ ਹੋਈ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ, ਤਾਂ ਉਹਨਾਂ ਦਾ ਜਵਾਬ ਇਹ ਸੀ ਕਿ ਹੁਣ ਵੋਟਾਂ ਦੇ ਵੇਲੇ ਆ ਕਿ ਕਿਉਂ ਇਹ ਮੁੱਦਾ ਚੁੱਕਿਆ ਗਿਆ, ਪਹਿਲਾਂ ਕਿਉਂ ਨਹੀਂ ਇਹ ਮੁੱਦਾ ਚੁੱਕਿਆ? ਮੈਂ ਬੇਨਤੀ ਕੀਤੀ ਜੀ, ਵੋਟਾਂ ਤਾਂ ਅੱਜ ਆਈਆਂ ਨੇ, 1 ਮਹੀਨਾ ਪਹਿਲਾਂ ਆਈਆਂ ਹੋਣਗੀਆਂ, 6 ਮਹੀਨੇ ਪਹਿਲਾਂ ਤੋਂ ਮਾਹੌਲ ਸਮਝ ਲੈਂਦੇ, 1 ਸਾਲ ਤੋਂ ਪਹਿਲਾਂ ਮਾਹੌਲ ਸਮਝ ਲੈਂਦੇ ਆ। ਮੈਂ ਤਾਂ 7 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜੀ। 7 ਸਾਲ ਪਹਿਲਾਂ ਮੈਂ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਾਸ਼ਟਰਪਤੀ ਜੀ ਕੋਲੇ ਗਿਆ ਸੀ, ਨਾਲ ਡੈਲੀਗੇਸ਼ਨ ਗਿਆ ਸੀ, ਜਿਹਦੇ ਵਿੱਚ ਜਿਹੜੇ ਇਸ ਵੇਲੇ ਸਾਡੇ ਨਾਲ ਨਹੀਂ ਲੀਡਰ ਕਈ ਉਹ ਵੀ ਨਾਲ ਸੀਗੇ, ਉਹ ਸਾਡੇ ਨਾਲ ਗਏ ਸੀਗੇ ਔਰ ਅਸੀਂ 3 ਵਾਰੀ ਗਏ ਹਾਂ। 3 ਵਾਰੀ ਤੁਸੀਂ ਰਿਕਾਰਡ ਚੈੱਕ ਕਰ ਲਓ ਸਾਡੇ ਫਾਈਲਾਂ ਵਿੱਚ, ਗੂਗਲ ਤੇ ਆ ਜਾਂਦਾ ਸਾਰਾ ਕੁਝ। 16 ਦੇ ਵਿੱਚ ਕੋਈ ਬੇਲ ਜਾਂ ਉਹਨਾਂ ਨੂੰ ਪੈਰੋਲ ਵੀ ਘਰ ਭੇਜਿਆ ਗਿਆ ਸੀਗਾ? ਦੇਖੋ, ਮੈਨੂੰ ਆਫ ਹੈਂਡ ਇਸ ਲਈ ਯਾਦ ਨਹੀਂ ਹੈਗਾ ਇਸ ਗੱਲ ਦਾ, ਲੇਕਿਨ ਜਿੱਥੇ ਤੱਕ ਮੈਨੂੰ ਜਿੱਥੇ ਤੱਕ ਯਾਦ ਆਉਂਦਾ ਸ਼ਾਇਦ ਨਹੀਂ ਸੀਗਾ, ਲੇਕਿਨ ਇਹ ਚੈੱਕ ਕਰ ਸਕਦੇ ਆਪਾਂ ਜੇ ਹੋਵੇ। ਪਰ ਇਨ ਐਨੀ ਕੇਸ ਇਸ ਵੇਲੇ ਉਹ ਇਸ਼ੂ ਨਹੀਂ ਹੈ। ਇਸ ਵੇਲੇ ਇਸ਼ੂ ਇਹ ਹੈ ਕਿ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਔਰ ਉਹਨਾਂ ਨੂੰ ਅੰਦਰ ਰੱਖਣ ਦਾ, 1 ਮਿੰਟ ਵੀ ਅੰਦਰ ਰੱਖਣ ਦਾ ਇਲੀਗਲ ਕਸਟਡੀ ਹੈ। ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਔਰ ਜੇ ਤੁਸੀਂ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਹੈ, ਲੈਟ them ਕਮ,
ਬੋਲ ਕਿਉਂ ਨਹੀਂ ਰਹੇ? ਆਪਣੀ ਜ਼ੁਬਾਨ ਕਿਉਂ ਨਹੀਂ ਖੋਲ ਰਹੇ? ਉਹ ਚਲੋ ਅਸੀਂ ਕਹਿ ਰਹੇ ਹਾਂ, ਇੱਕ ਮਿੰਟ ਲਈ ਮੰਨ ਲੈਂਦੇ, ਅਸੀਂ ਕਹਿ ਰਹੇ ਹਾਂ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ, ਤਾਂ ਇਹ ਕੇਜਰੀਵਾਲ ਸਾਹਿਬ ਦੇ ਮੂੰਹ ਨੂੰ ਘੁੰਗਣੀਆਂ ਲੱਗੀਆਂ ਹੋਈਆਂ ਨੇ, ਉਹ ਕਿਉਂ ਨਹੀਂ ਬੋਲ ਸਕਦਾ? ਔਰ ਭਗਵੰਤ ਮਾਨ ਕਿਉਂ ਨਹੀਂ ਬੋਲਦਾ? ਕਿ ਉਹ ਪੰਜਾਬੀ ਨਹੀਂ ਆ? ਕਿ ਉਹ ਸਿੱਖ ਨਹੀਂ ਆ? ਉਹ ਕਿਉਂ ਨਹੀਂ ਬੋਲਦਾ? ਬੈਂਸ ਸਾਹਿਬ, ਮਜੀਠੀਆ ਸਾਹਿਬ ਦੇ ਕੇਸ ਤੇ ਦੁਬਾਰਾ ਵਾਪਸ ਆਨੇ ਜੀ। ਸੌਰੀ, ਮੈਂ ਕਿਹਾ ਮਜੀਠੀਆ ਸਾਹਿਬ ਦੇ ਕੇਸ ਤੇ ਦੁਬਾਰਾ ਵਾਪਸ ਆਨੇ ਜੀ। ਕੱਲ ਸਿੱਧੂ ਸਾਹਿਬ ਨੂੰ ਇਸ ਮਾਮਲੇ 'ਚ ਸਵਾਲ ਪੁੱਛਿਆ ਗਿਆ ਸੀਗਾ ਕਿ ਤੁਸੀਂ ਅਨਸ਼ਨ ਤੇ ਬੈਠਣ ਦੀ ਧਮਕੀ ਦਿੱਤੀ, ਡੀਜੀਪੀ ਬਦਲੇ ਗਏ, ਕਾਫੀ ਕੁਝ ਹੋਇਆ ਤੇ ਉਸ ਤੋਂ ਬਾਅਦ ਇਹ FIR ਦਰਜ ਹੋਈ ਹੈ। ਬਟ ਉਹਨਾਂ ਨੇ ਕਲੀਅਰ ਕੱਟ ਡਿਨਾਈ ਕੀਤਾ ਕਿ ਇਹ ਪੋਲੀਟੀਕਲ ਵੈਂਡੇਟਾ ਨਹੀਂ ਹੈ, ਜਦੋਂ ਕਿ ਦੂਜੇ ਪਾਸੇ ED ਦੀ ਰੇਟ ਨੂੰ ਕਾਂਗਰਸ ਪੋਲੀਟੀਕਲ ਵੈਂਡੇਟਾ ਦੱਸਦੀ ਹੈ। ਤਾਂ ਇੱਕ ਪਾਸੇ ਉਹ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਤਾਂ ਜਾਇਜ਼ ਦੱਸਦੇ ਹੈ, ਪਰ ED ਦੀ ਕਾਰਵਾਈ ਨੂੰ ਨਜਾਇਜ਼ ਦੱਸਦੇ ਹੈ। ਇਹਦੇ ਉੱਪਰ ਤੁਹਾਡਾ ਕੀ ਟੇਕ ਹੈ ਜੀ? ਮੈਂ ਸਿਰਫ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜੀ, ਮੈਂ ਸਿੱਧੂ ਸਾਹਿਬ ਜੋ ਕਹਿੰਦੇ ਨੇ ਉਹਦੇ ਤੇ ਮੈਂ ਕਮੈਂਟ ਨਹੀਂ ਕਰਨਾ, ਲੇਕਿਨ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਇਹ ਗੱਲ ਕਿ ਉਹ ਕਿਹੜੇ ਲੀਡਰ ਸੀ ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਮੇਰੀ ਪਸੰਦ ਦਾ DGP ਲਾਓ, ਮੈਂ ਇਹਨੂੰ 24 ਘੰਟਿਆਂ ਦੇ ਅੰਦਰ ਕਰ ਦਾਂਗਾ। ਮੈਂ ਜੇ ਅੱਜ ਇੱਥੇ ਬੈਠ ਕੇ ਕਹਾਂ ਕਿ ਮੈਨੂੰ ਮੁੱਖ ਮੰਤਰੀ ਬਣਾਓ ਜਰਾ 1 ਮਿੰਟ ਲਈ, ਤੇ ਮੈਂ ਤੁਹਾਨੂੰ 24 ਘੰਟਿਆਂ ਦੇ ਅੰਦਰ ਕਰ ਦਾਂਗਾ, ਤੇ 24 ਘੰਟਿਆਂ 'ਚ ਮੈਂ ਕਰ ਵੀ ਦੇਵਾਂ ਜਾਂ ਜਿੰਨੇ ਚਿਰ ਵਿੱਚ ਕੁਝ ਸਮੇਂ 'ਚ ਕਰ ਵੀ ਦੇਵਾਂ, ਤਾਂ ਉਹ ਪੋਲੀਟੀਕਲ ਵੈਂਡੇਟਾ ਨਹੀਂ ਹੋਏਗਾ। ਸਾਫ਼ ਗੱਲ ਹੋਏਗੀ ਕਿ ਨਹੀਂ ਹੋਏਗੀ? ਅੱਛਾ, ਜੇ ਮੈਂ ਕੀਤਾ ਹੈ ਤਾਂ ਹੁਣ ਮੁੱਕਰ ਕਿਉਂ ਰਹੇ ਹੋ? ਹੁਣ ਕਿਉਂ ਡਰਦੇ ਹੋ ਫਿਰ ਤੁਸੀਂ ਇਹ ਗੱਲ ਕਹਿਣ ਤੋਂ? ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਬਾਰ-ਬਾਰ, ਸਾਰੇ ਮੀਡੀਆ ਨੂੰ ਕਹਿੰਦੇ ਰਹੇ ਨੇ ਇਹ ਕਿ ਮੈਂ ਇਹਨੂੰ ਅੰਦਰ ਕਰੂੰਗਾ, ਮੈਂ ਪਟੇ ਲਵਾਉਂਗਾ, ਇਹ ਅੱਖਰ ਬੋਲਦੇ ਰਹੇ ਨੇ, ਨਹੀਂ ਬੋਲਦੇ ਰਹੇ? ਤੇ ਜੇ ਉਹ ਬੋਲਦੇ ਰਹੇ ਨੇ ਤਾਂ ਫਿਰ ਅੱਜ ਹਿੰਮਤ ਨਹੀਂ ਪੈ ਰਹੀ ਮੈਂ ਗੱਲ ਔਨ ਕਰਨ ਦੀ? ਹੁਣ ਤੁਸੀਂ ਡਰਦੇ ਕਿਉਂ ਆ? ਕਿਉਂਕਿ ਹੁਣ ਪਤਾ ਹੈ ਨਾ ਕਿ ਹੁਣ ਬਾਰੀ ਬਦਲਣੀ ਹੈ। ਔਰ ਅਸੀਂ ਬਿਲਕੁਲ ਤੁਹਾਨੂੰ ਅੱਜ ਇੱਥੇ ਇਸੇ ਪਲੇਟਫਾਰਮ ਤੋਂ ਯਕੀਨ ਦਿਵਾਉਣਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਉੱਤੇ ਇਲਜ਼ਾਮ ਵੀ ਲਏ ਕਿ ਜੀ ਇਹ ਸਖਤੀ ਨਹੀਂ ਕਰ ਰਹੇ, ਲੇਕਿਨ ਉਹਨਾਂ ਨੇ ਪੋਲੀਟੀਕਲ ਵੈਂਡੇਟਾ ਕਿਸੇ ਦੇ ਖਿਲਾਫ ਨਹੀਂ ਕੀਤਾ। ਔਰ ਉਹਨਾਂ ਨੇ ਜਿਹੜੀ ਨੈਲਸਨ ਮੰਡੇਲਾ ਦੀ ਪਾਲਿਸੀ ਸੀ ਟਰੂਥ ਐਂਡ ਰਿਕਨਸੀਲੀਏਸ਼ਨ ਦੀ, ਉਹਦੇ ਵਿੱਚ ਆ ਕੇ ਕਿ ਚਲੋ ਸੂਬੇ ਦੇ ਵਿੱਚ ਅਮਨ ਅਮਾਨ ਰਹੇ ਔਰ ਨਫ਼ਰਤ ਦਾ ਮਾਹੌਲ ਖਤਮ ਹੋਵੇ, ਆਪਣਾ ਵਿਸ਼ਾਲ ਹਿਰਦਾ ਦਿਖਾਇਆ। ਔਰ ਮੈਂ ਤੁਹਾਨੂੰ ਅੱਜ ਫੇਰ ਇਹ ਰਿਪੀਟ ਕਰਦਾ ਕਿ ਜਿਹੜਾ ਤਾਂ ਕਾਨੂੰਨ ਨੂੰ ਭੰਗ ਕਰਦਾ, ਚਾਹੇ ਅਸੀਂ ਹੋਈਏ ਜਾਂ ਕੋਈ ਹੋਵੇ, ਉਹਦੇ ਖਿਲਾਫ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਜੇ ਜਨਤਾ ਜਾਂ ਪੰਜਾਬ ਦੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ ਔਰ ਸਾਨੂੰ ਸੇਵਾ ਦਾ ਮੌਕਾ ਦਿੰਦੇ ਆ, ਦੇਅਰ ਵਿਲ ਬੀ ਨੋ ਪੋਲੀਟੀਕਲ ਵੈਂਡੇਟਾ। ਲੇਕਿਨ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ ਕਾਨੂੰਨ ਦੇ ਮੁਤਾਬਕ, ਇਦਾਂ ਨਹੀਂ ਹੋਏਗਾ ਆਹ DGP ਲਾ ਦਿਓ ਤਾਂ ਇਹਨੂੰ ਕਰ ਦਾਂਗੇ ਅੰਦਰ, ਇਹਨੂੰ ਅਸੀਂ ਪਟੇ ਲਵਾ ਦਾਂਗੇ, ਇਹਨੂੰ ਅਸੀਂ ਉਹ ਕਰ, ਇਦਾਂ ਨਹੀਂ ਹੋਏਗਾ। ਜੋ ਕਾਨੂੰਨ ਕਹੇਗਾ ਉਹ ਹੋਏਗਾ, ਔਰ ਜੇ ਕਿਸੇ ਨੇ ਗਲਤ ਕੀਤਾ ਤਾਂ ਕਾਨੂੰਨ ਦੇ ਹਿਸਾਬ ਨਾਲ ਜੋ ਹੁੰਦਾ ਉਹ ਹੋਏਗਾ। ਔਰ ਕੋਈ ਪੋਲੀਟੀਕਲ ਵੈਂਡੇਟਾ ਨਹੀਂ ਹੋਏਗਾ। ਅਕਾਲੀ ਦਲ ਡਜ਼ਨਟ ਬਿਲੀਵ ਇਨ ਦੈਟ, ਹੈਜ਼ ਨੈਵਰ ਬਿਲੀਵਡ ਇਨ ਦੈਟ। ਔਰ ਭੁੱਲਰ ਸਾਹਿਬ ਦੇ ਕੇਸ ਬਾਰੇ ਮੈਂ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਰੋਜ਼ ਗੱਲਾਂ ਕਰਦੇ ਨੇ ਮੁੱਦਿਆਂ ਦੀ ਸਿਆਸਤ। ਜਗਦੀਸ਼ ਟਾਈਟਲਰ ਮੁੱਦਾ ਨਹੀਂ ਹੈ, ਦਵਿੰਦਰਪਾਲ ਸਿੰਘ ਭੁੱਲਰ ਮੁੱਦਾ ਨਹੀਂ ਹੈ। ਤੁਸੀਂ ਤੁਹਾਡੇ ਲਈ ਮੁੱਦੇ ਹੈ ਕਿਹੜੇ ਨੇ ਫਿਰ? ਤੁਹਾਡੇ ਕੋਲ ਪੰਜਾਬ ਦਾ ਵਿਜ਼ਨ ਤਾਂ ਕੋਈ ਨਹੀਂ ਹੈ। ਮੁੱਦਿਆਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਇਹ ਦੋ ਮੁੱਦੇ ਹਨ ਕਿ ਨਹੀਂ ਹਨ? ਇਹ ਕਲੀਅਰ ਕਰ ਦਿਓ ਘੱਟੋ ਘੱਟ ਵੀ ਇਹ ਦੋ ਮੁੱਦੇ ਹਨ ਕਿ ਨਹੀਂ ਹਨ। ਤੁਸੀਂ ਰੋਜ਼ ਮੁੱਦਿਆਂ ਦੀ ਸਿਆਸਤ ਦੀ ਗੱਲ ਕਰਦੇ ਹੋ, ਔਰ ਗੱਲਾਂ ਤੁਸੀਂ ਸਿਆਸਤ ਦੀਆਂ ਮੁੱਦਿਆਂ ਦੀ ਕਰਦੇ ਹੋ, ਗੱਲ ਸ਼ਖਸੀਅਤ ਦੀ ਕਰਦੇ ਹੋ ਕਿ ਮੈਨੂੰ ਬਣਾਇਆ ਜਾਵੇ ਤਾਂ ਕਰ ਦਾਂਗਾ। ਇਹ ਮੁੱਦੇ ਹੁੰਦੇ ਆ ਕਿ ਕਿਹਨੂੰ ਮੁੱਖ ਮੰਤਰੀ ਬਣਾਇਆ ਜਾਵੇ? ਮੁੱਦਾ ਹੁੰਦਾ ਹੈ, ਮੁੱਦਾ ਹੁੰਦਾ ਹੈ ਕਿ ਤੁਸੀਂ ਤੁਹਾਡੀ ਪਾਲਿਸੀ ਕੀ ਹੈ, ਤੁਹਾਡਾ ਵਿਜ਼ਨ ਕੀ ਹੈ, ਤੁਸੀਂ ਇਸ਼ੂਜ਼ ਉੱਤੇ ਕੀ ਕਰੋਗੇ। ਆਹ ਦੋ ਇਸ਼ੂਜ਼ ਆ ਤੇ ਜਵਾਬ ਦੇ ਦੇਣ ਕਿ ਇਹ ਮੁੱਦੇ ਹਨ ਕਿ ਨਹੀਂ ਹਨ।